ਤੁਸੀਂ ਕਿਤੇ ਮੇਰਾ ਖਿਆਲ ਕਿ ਸ਼ਮਸ਼ਾਨ ਘਾਟ 'ਚ ਤੁਹਾਨੂੰ ਇਹੋ ਜਿਹੀਆਂ ਟੋਇਲਟਾਂ ਦੇ ਵਿਦ ਬਾਥਰੂਮ ਜਿਹੜਾ ਤੁਹਾਨੂੰ ਇਹੋ ਜਿਹਾ ਕੋਈ ਸੈੱਟ ਨਹੀਂ ਮਿਲੂਗਾ। ਫਿਰ ਉਸ ਤੋਂ ਅੱਗੇ ਜਾ ਕੇ ਵਾਸ਼ ਬੇਸ਼ਨ ਵੱਖਰੇ ਜਿਹੜੇ ਲਾਏ ਹੋਏ ਹੱਥ ਮੂੰਹ ਧੋਣ ਵਾਸਤੇ। ਸੰਸਕਾਰ ਕਰਨ ਵਾਲੀ ਗੈਸ ਦੀ ਭੱਠੀ ਲਾਈ ਹੋਈ ਆ। ਇੱਧਰ ਸਾਡੇ ਮੋਰਚੀ ਬਣੀ ਹੋਈ ਆ ਡੈੱਡ ਬੋਡੀ ਰੱਖਣ ਵਾਸਤੇ ਰੱਖਦੇ। ਫਿਰ ਇੱਥੇ ਸੰਸਕਾਰ ਜਿਹੜਾ ਹੁੰਦਾ ਉਹਦਾ ਵੀ ਅਸੀਂ ਪੂਰਾ ਰੈਕੋਰਡ ਰੱਖਦੇ ਹਾਂ ਵੀ ਕਿਹਦੀ ਡੈਥ ਹੋਈ ਆ, ਕੌਣ ਸੰਸਕਾਰ ਕਰਨ, ਕਿਹਦੇ ਮਤਲਬ ਕੌਣ ਸੰਸਕਾਰ ਕਰਨ ਆਇਆ, ਕਿਹਦੀ ਕੌਣ ਜਿਹੜਾ ਇੱਥੇ ਡੈੱਡ ਬੋਡੀ ਜਮ੍ਹਾਂ ਕਰਾ ਕੇ ਗਿਆ ਹੈ, ਕੌਣ ਲੈ ਕੇ ਗਿਆ। ਇਸ ਕਰਕੇ ਹਰ ਤਰ੍ਹਾਂ ਰੈਕੋਰਡ ਰੱਖਦੇ ਅਸੀਂ। ਆਪਣਾ ਇੱਥੇ ਦਫ਼ਤਰ ਪ੍ਰੋਪਰ ਬਣਾਇਆ ਹੋਇਆ। ਇਹ ਚੌਂਪੜੀ ਸਪੈਸ਼ਲ ਇਸੇ ਵਾਸਤੇ ਬਣਾਈ ਆ ਕਿ ਜਦੋਂ ਸੰਸਕਾਰ ਹੁੰਦਾ ਉਦੋਂ ਮੈਂ ਕਹਿ ਲਓ ਕਿ ਮਾਹੌਲ ਹੀ ਇੱਦਾਂ ਦਾ ਹੁੰਦਾ ਵੀ ਮੰਨ ਲਓ ਲੋਕਾਂ ਦਾ ਰੌਲਾ ਕਰੌਲਾ ਹੁੰਦਾ ਅਤੇ ਜਦੋਂ ਬਾਬਾ ਜੀ ਜਾਂ ਪੰਡਤ ਜੀ ਆਪਣਾ ਜਿਹੜਾ ਕੋਈ ਪਾਠ ਕਰਦੇ ਜਾਂ ਕਿਰਿਆ ਕਰਮ ਕਰਦੇ ਉਹਨਾਂ ਦਾ ਪਤਾ ਨਹੀਂ ਲੱਗਦਾ ਕੀ ਬੋਲ ਰਹੇ ਆ। ਇਸ ਕਰਕੇ ਅਸੀਂ ਸਪੈਸ਼ਲ ਝੌਂਪੜੀ ਬਣਾਈ ਦੀ। ਇੱਥੇ ਬਾਬਾ ਜੀ ਜਾਂ ਪੰਡਤ ਜੀ ਬੈਠਣਗੇ ਅਤੇ ਇਹ ਵੱਡਾ ਸਾਊਂਡ ਸਿਸਟਮ ਅੰਦਰ ਲੱਗਿਆ ਹੋਇਆ ਸਾਡਾ ਕਾਰਡਲੈਸ ਮੈਕ ਹੈ। ਉਹ ਅਸੀਂ ਫਿਰ ਇੱਥੇ ਬਾਬਾ ਜੀ ਨੂੰ ਫੜਾ ਦਈਦਾ। ਉਹ ਫਿਰ ਜਦੋਂ ਸੋਲ੍ਹਾ ਸਾਹਿਬ ਦਾ ਪਾਠ ਹੁੰਦਾ ਜਾਂ ਅਰਦਾਸ ਹੁੰਦੀ ਫਿਰ ਸਾਰੀ ਸੰਗਤ ਨੂੰ ਪਤਾ ਲੱਗ ਜਾਂਦਾ। ਸੋ ਇਹ ਭੱਠੀ ਬਣਾਈ ਗਈ ਹੈ ਜੋ LPG ਦੇ ਨਾਲ ਚੱਲਦੀ ਹੈ। ਕਿਸ ਤਰ੍ਹਾਂ ਇਸ ਦੇ ਵਿੱਚ ਸੰਸਕਾਰ ਹੁੰਦਾ ਹੈ, ਕਿੱਦਾਂ ਇਹ ਕੰਮ ਕਿੱਦਾਂ ਕਰਦੀ ਹੈ ਜੀ? ਇਹ ਜੀ LPG ਗੈਸ ਦੇ ਨਾਲ। ਉਹ ਦੇਖੋ ਤੁਸੀਂ ਇੱਧਰ ਉਹ ਕਿੱਟ ਲੱਗੀ ਹੋਈ ਆ। 4 ਸਿਲੰਡਰ ਇੱਕ ਸਮੇਂ 'ਤੇ ਜਿਹੜੇ ਜਦੋਂ ਸੰਸਕਾਰ ਹੁੰਦਾ ਉਦੋਂ ਲਾਉਣੇ ਪੈਂਦੇ ਆ। ਔਰ ਉਹ ਫਿਰ ਜਿੱਦਾਂ ਮਤਲਬ ਆ ਟਰੇ ਜਿਹੜੀ ਬਾਹਰ ਕੱਢ ਕੇ ਇਹ ਡੈੱਡ ਬੋਡੀ ਇਹਦੇ 'ਤੇ ਰੱਖੀ ਜਾਂਦੀ ਆ। ਆਪਣਾ ਅਰਦਾਸ ਕਰਨ ਤੋਂ ਬਾਅਦ ਫਿਰ ਇਹਨੂੰ ਪੁਸ਼ ਕਰ ਦਿੱਤਾ ਜਾਂਦਾ ਅੰਦਰ ਟਰੇ ਨੂੰ। ਔਰ ਪੁਸ਼ ਕਰਨ ਤੋਂ ਬਾਅਦ ਫਿਰ ਇਹਨੂੰ ਜਿਹੜਾ ਇਹਦਾ ਦਰਵਾਜ਼ਾ ਬੰਦ ਕਰ ਉਧਰੋਂ ਫਿਰ ਅੱਗ ਜਿਹੜੀ ਹੌਲੀ ਮੰਨ ਲਓ ਥੋੜ੍ਹੀ ਗੈਸ ਛੱਡ ਕੇ ਫਿਰ ਇਹਨੂੰ ਅੱਗ ਦਿੱਤੀ ਜਾਂਦੀ ਅੰਦਰ ਦੇਖੋ ਤੁਸੀਂ ਬਰਨਰ ਲੱਗੇ ਹੋਏ ਆ ਦੋਵੇਂ ਪਾਸੇ। ਉਹ ਬਰਨਰ ਨੂੰ ਅੱਗ ਦੇ ਕੇ ਫਿਰ ਅਸੀਂ ਜਿਹੜਾ ਇਹਦਾ ਦਰਵਾਜ਼ਾ ਬੰਦ ਕਰ ਦਈਦਾ। ਫਿਰ ਉਧਰੋਂ ਅੱਗ ਤੇਜ਼ ਜਿਹੜੀ ਕਰ ਦਿੱਤੀ ਜਾਂਦੀ ਹੈ। ਤਕਰੀਬਨ ਮੇਰਾ ਖਿਆਲ 1.5 ਘੰਟੇ ਦੇ ਵਿੱਚ ਜਿਹੜੇ ਇੱਥੇ ਸੰਸਕਾਰ ਹੋ ਜਾਂਦਾ। ਹੁਣ ਇਹਨੂੰ ਕੀ ਕਿਹਾ ਜਾਵੇ ਕਿ ਇਹ ਖੂਬਸੂਰਤੀ ਆ ਇਹ ਵੀ ਇੱਕ ਸਮਾਜ ਦੀ, ਕਿਉਂਕਿ ਜਿੱਥੋਂ ਜਾਣਾ ਹੈ ਉਹ ਥਾਂ ਨੂੰ ਵੀ ਸੋਹਣੇ ਤਰੀਕੇ ਨਾਲ ਬਣਾਇਆ ਹੋਣਾ ਚਾਹੀਦਾ। ਸੋ ਬਹਿਣ ਦੇ ਲਈ ਜਿਹੜੀਆਂ ਇਹ ਸਲੈਬਾਂ ਰੱਖ ਕੇ ਬਣਾਇਆ ਗਿਆ ਕਿ ਹਰ ਕੋਈ ਆ ਕੇ ਇੱਥੇ ਬਹਿ ਸਕੇ। ਸੋ ਬਹਿਣ ਦਾ ਇਹ ਪ੍ਰਬੰਧ ਕੀਤਾ ਗਿਆ ਜੀ। ਜਿਹੜੇ ਬਕਸੇ ਅੱਗੇ ਲੱਗੇ ਹੋਏ ਆ ਇਹ ਸਪੈਸ਼ਲ ਜਿਵੇਂ ਕਿ ਜਦੋਂ ਸੰਸਕਾਰ ਤੋਂ ਬਾਅਦ ਆਪਾਂ ਆਸਤੇ ਚੁੱਕਦੇ ਆ ਜੀ। ਤੇ ਕਈ ਲੋਕ ਬੜੇ ਵਹਿਮੀ ਹੁੰਦੇ ਆ ਵੀ ਉਹ ਕਹਿ ਦਿੰਦੇ ਆ ਜੀ ਅਸੀਂ ਜਿਹੜੇ ਆਸਤੇ ਉਹ ਘਰ ਨਹੀਂ ਰੱਖਣੇ। ਅੱਗੇ ਸਾਡੇ ਕੋਲ ਚਾਬੀ ਮੰਗਦੇ ਸੀ ਕਮਰੇ ਦੀ ਵੀ ਸਾਨੂੰ ਕਮਰੇ ਦੀ ਚਾਬੀ ਦਿਓ, ਅਸੀਂ ਇੱਥੇ ਆਸਤ ਰੱਖਣੇ ਆ। ਉਹ ਅਸੀਂ ਫਿਰ ਸਪੈਸ਼ਲ ਇਸੇ ਕਰਕੇ 2 ਬਕਸੇ ਜਿਹੜੇ ਅਸੀਂ ਇੱਥੇ ਬਣਾ ਦਿੱਤੇ ਆ ਵੀ ਜੇ ਕਿਸੇ ਨੇ ਕਿਸੇ ਇਨਸਾਨ ਦੇ ਆਪਣੇ ਮੰਨ ਲਓ ਕਿਸੇ ਮ੍ਰਿਤਕ ਦੇ ਜਿਹੜੇ ਆ ਅਸਤ ਘਰ ਨਹੀਂ ਲੈ ਕੇ ਜਾਣੇ ਉਹ ਜਿਹੜੇ ਫਿਰ ਇਹਨਾਂ ਬਕਸਿਆਂ 'ਚ ਰੱਖ ਸਕਦੇ। ਇਹਨਾਂ ਨੂੰ ਲੋਕ ਹੈਗਾ, ਲੋਕ ਲਾ ਕੇ ਉਹ ਫਿਰ ਚਾਬੀ ਆਪਣੇ ਕੋਲ ਲੈ ਜਾਂਦੇ। ਜਿੱਦਣ ਲਿਜਾਣੇ ਹੁੰਦੇ ਫਿਰ ਇੱਥੋਂ ਲੈ ਕੇ ਉਹ ਆਪਣੇ ਵਾਸਤੇ ਫਿਰ ਤਾਰ ਲੈ ਜਾਂਦੇ। ਸੋ ਬਿਲਕੁਲ ਫਰੀਜ਼ਰ ਜਿਹੜੇ ਹੈਗੇ ਆ ਉਹ ਰੱਖੇ ਹੋਏ ਮੋਰਚਰੀ ਆ। ਜੇ ਬਾਏ ਚਾਂਸ ਕਿਸੇ ਮ੍ਰਿਤਕ ਦੇਹ ਨੂੰ ਰੱਖਣਾ ਪੈ ਜੇ ਤਾਂ ਉਸ ਦੇ ਲਈ ਖਾਸ ਤੌਰ 'ਤੇ ਇਹ ਫਰੀਜ਼ਰ ਜਿਹੜੇ ਹੈਗੇ ਉਹਨਾਂ ਦਾ ਵੀ ਇੰਤਜ਼ਾਮ ਇਸ ਪਿੰਡ ਦੇ ਵਿੱਚ ਕੀਤਾ ਗਿਆ। ਸਾਰੇ ਪੰਜਾਬ ਵਿੱਚ ਇਦਾਂ ਦੇ ਕਿਉਂ ਨਹੀਂ ਜੀ? ਤੁਹਾਨੂੰ ਇਹ ਸਰਕਾਰ ਨੇ ਤੁਹਾਨੂੰ ਇੰਨੀ ਸੁਵਿਧਾ ਗ੍ਰਾਂਟ ਦਿੱਤੀ ਹੈ ਜਿਹੜੀ ਹੈ ਜਿਹਦੇ ਕਰਕੇ ਇਹ ਡਿਵੈਲਪ ਇੰਨਾ ਹੋਇਆ? ਇਹ ਨਹੀਂ ਜੀ, ਇਹ ਸਾਨੂੰ ਇਹਦੇ ਵਿੱਚ ਸਰਕਾਰ ਦਾ ਨਹੀਂ ਕੋਈ ਪੈਸਾ ਲੱਗੇ। ਸਾਡਾ ਟੋਟਲ ਸਾਡਾ ਪਿੰਡ ਦਾ ਤੇ ਔਰ ਸਾਡੇ NRI ਵੀਰਾਂ ਦਾ ਬਹੁਤ ਸਤਿਕਾਰਯੋਗ। ਸਾਡੇ NRI ਵੀਰ ਜਿਹੜੇ ਵਿਚਾਰੇ ਉੱਥੇ ਮੇਰਾ ਖਿਆਲ ਵੀ 12-12 14-14 ਘੰਟੇ ਜਿਹੜੇ ਮਿਹਨਤ ਕਰਕੇ ਦਸਵੰਧ ਦੀ ਕਿਰਤ ਦੇ ਵਿੱਚੋਂ ਸਾਨੂੰ ਇੱਥੇ ਦਸਵੰਧ ਭੇਜਦੇ ਆ। ਇਹ ਪਿੰਡ ਵਾਲਿਆਂ ਦਾ ਤੇ ਇਹ NRI ਦਾ ਟੋਟਲੀ ਜਿਹੜਾ ਪੈਸਾ ਇੱਥੇ ਲੱਗਿਆ ਹੋਇਆ। ਇਹ ਸਾਡਾ 50-55 ਲੱਖ ਰੁਪਈਆ ਸਾਰੇ ਸੈਟਅਪ 'ਤੇ ਲੱਗਿਆ ਜਿੰਨਾ ਵੀ ਕੰਪਲੈਕਸ ਹੈਗਾ ਇਹ ਸ਼ਮਸ਼ਾਨ ਘਾਟ ਦਾ। ਇੱਕ ਪਿੰਡ ਕਿੰਨੇ ਕੁ ਸੂਝਵਾਨ ਲੋਕ ਆ ਪਿੰਡ ਦੇ ਵਿੱਚ ਉਸ ਦਾ ਜੇ ਪਤਾ ਕਰਨਾ ਹੋਵੇ ਤਾਂ ਸ਼ਮਸ਼ਾਨ ਘਾਟ ਦੇਖਣਾ ਚਾਹੀਦਾ ਹੈ ਕਿ ਆਪਣਾ ਆਖਰੀ ਸਫ਼ਰ ਜਿੱਥੇ ਮੁੱਕਣਾ ਉਸ ਨੂੰ ਜਾਂਦਾ ਰਾਹ ਕਿੱਦਾਂ ਦਾ, ਉਸ ਦੇ ਅੰਦਰ ਕਿੰਨਾ ਕੁ ਪ੍ਰਬੰਧ ਕੀਤਾ ਹੋਇਆ। ਕਿਉਂਕਿ ਕਈ ਥਾਂ 'ਤੇ ਤਾਂ ਸ਼ਮਸ਼ਾਨ ਘਾਟ ਅਜਿਹੇ ਹੁੰਦੇ ਆ ਜਿੱਥੇ ਕੋਈ ਪ੍ਰਬੰਧ ਹੀ ਨਹੀਂ ਹੁੰਦਾ। ਸੋ ਪਿੰਡ ਦਿਆਲਪੁਰ ਦੇ ਹੁਣ ਜੇ ਡਿਵੈਲਪਮੈਂਟ ਦੇਖਣੀ ਹੋਵੇ ਤਾਂ ਸ਼ਮਸ਼ਾਨ ਘਾਟ ਦੇਖਣਾ ਬਹੁਤ ਜ਼ਰੂਰੀ ਹੈ। ਖਾਸ ਇਸ ਕਰਕੇ ਵੀ ਖਾਸ ਕੰਮ ਕਿਉਂਕਿ ਇਸ ਥਾਂ ਦੇ ਉੱਤੇ ਕੀਤਾ ਹੋਇਆ। ਸੋ ਸਰਪੰਚ ਸਾਹਿਬ ਨਾਲ ਗੱਲਬਾਤ ਕਰਦੇ ਹਾਂ, ਸਾਰੀ ਜਾਣਕਾਰੀ ਲੈਂਦੇ ਹਾਂ। ਕਿਵੇਂ ਖਾਸ ਹੈ ਜੀ ਤੁਹਾਡੇ ਪਿੰਡ ਦਾ ਸ਼ਮਸ਼ਾਨ ਘਾਟ? ਇਹ ਖਾਸ ਦੇਖੋ ਜੀ, ਹੁਣ ਤੁਸੀਂ ਆਪਾਂ ਜਿਵੇਂ ਹੁਣ ਅੰਦਰ ਐਂਟਰ ਹੋ ਗਏ ਆ ਦੇਖੋ ਆਪਣੇ ਸੱਜੇ ਪਾਸੇ ਟੋਇਲਟਾਂ ਦਾ ਜਿਹੜਾ ਅਸੀਂ 2 ਡਬਲ ਸੈੱਟ ਬਣਾਇਆ ਹੋਇਆ।
ਇਹ ਵੀ ਸਾਰਾ ਵਿੱਚ ਵਿਦ ਬਾਥਰੂਮ ਬਣਾਇਆ ਹੋਇਆ। ਤੁਸੀਂ ਕਿਤੇ ਮੇਰਾ ਖਿਆਲ ਕਿ ਸ਼ਮਸ਼ਾਨ ਘਾਟ 'ਚ ਤੁਹਾਨੂੰ ਇਹੋ ਜਿਹੀਆਂ ਟੋਇਲਟਾਂ ਦੇ ਵਿਦ ਬਾਥਰੂਮ ਜਿਹੜਾ ਤੁਹਾਨੂੰ ਇਹੋ ਜਿਹਾ ਕੋਈ ਸੈੱਟ ਨਹੀਂ ਮਿਲੂਗਾ। ਫਿਰ ਉਸ ਤੋਂ ਅੱਗੇ ਜਾ ਕੇ ਵਾਸ਼ ਬੇਸ਼ਨ ਵੱਖਰੇ ਜਿਹੜੇ ਲਾਏ ਹੋਏ ਹੱਥ ਮੂੰਹ ਧੋਣ ਵਾਸਤੇ। ਠੀਕ ਹੈ ਜੀ। ਉਸ ਤੋਂ ਅੱਗੇ ਜਿਹੜੀ ਡਿਵੈਲਪਮੈਂਟ ਆ ਉਹ ਹੁਣ ਤੁਹਾਨੂੰ ਸਾਰੀ ਅੱਗੇ ਦਿਖਾ ਦਿੰਦੇ ਹਾਂ। ਅਗਲੇ ਪਾਸੇ ਸਾਡੇ ਜਿਹੜੀ LPG ਵਾਲੀ ਸੰਸਕਾਰ ਕਰਨ ਵਾਲੀ ਗੈਸ ਦੀ ਭੱਠੀ ਲਾਈ ਹੋਈ ਆ। ਇੱਧਰ ਸਾਡੇ ਮੋਰਚੀ ਬਣੀ ਹੋਈ ਆ ਡੈੱਡ ਬੋਡੀ ਰੱਖਣ ਵਾਸਤੇ। ਵਿੱਚ ਅਸੀਂ ਆਪਣਾ ਜਿਹੜਾ ਇੱਥੇ ਦਫ਼ਤਰ ਵੀ ਬਣਾਇਆ, ਰੈਕੋਰਡ ਵਗੈਰਾ ਰੱਖਦੇ ਅਸੀਂ ਹੁਣ ਸ਼ੁਰੂ ਕੀਤਾ ਰੱਖਣਾ, ਕਿਉਂਕਿ ਆਮ ਅੱਗੇ ਸਾਨੂੰ ਇੱਕ ਦੋ ਵਾਰੀ ਪ੍ਰੋਬਲਮ ਆਈ ਸੀ। ਸਾਨੂੰ ਕਈ ਵਾਰ ਲੋਕਾਂ ਨੂੰ ਦਫ਼ਤਰਾਂ ਦੇ ਵਿੱਚੋਂ ਕਿਹਾ ਗਿਆ ਸੀ ਵੀ ਤੁਹਾਡੇ ਜੇ ਇੱਥੇ ਸੰਸਕਾਰ ਤੁਸੀਂ ਦਿਆਲਪੁਰ ਕੀਤਾ ਤਾਂ ਸਾਨੂੰ ਉਹਦੇ ਸੰਸਕਾਰ ਦੀ ਜਿਹੜੀ ਪੰਚਾਇਤ ਤੋਂ ਰਸੀਦ ਲਿਆ ਕੇ ਦਿਓ। ਰਿਕਾਰਡ ਪੂਰਾ ਰੱਖਦੇ ਹੋ ਜੀ ਇੱਥੇ? ਹਾਂ ਬਿਲਕੁਲ, ਕਿਉਂਕਿ ਉਦੋਂ ਇੱਥੇ ਰਿਕਾਰਡ ਕੋਈ ਰੱਖ ਹੀ ਨਹੀਂ ਸੀ ਅਸੀਂ। ਤੇ ਹੁਣ ਜਿਹੜਾ ਅਸੀਂ ਇੱਥੇ ਰਿਕਾਰਡ ਜਿਹੜਾ ਰੱਖਣਾ ਸ਼ੁਰੂ ਕੀਤਾ, ਕਿਉਂਕਿ ਜਿਹੜਾ ਡੈੱਡ ਬੋਡੀ ਅਸੀਂ ਜਮ੍ਹਾਂ ਕਰਨੀ ਉਹਦਾ ਵੀ ਸਾਨੂੰ ਰਿਕਾਰਡ ਜਿਹੜਾ ਰੱਖਣਾ ਪੈਣਾ। ਇਸ ਕਰਕੇ ਉਹ ਰਿਕਾਰਡ ਰੱਖਦੇ ਹਾਂ। ਫਿਰ ਇੱਥੇ ਸੰਸਕਾਰ ਜਿਹੜਾ ਹੁੰਦਾ ਉਹਦਾ ਵੀ ਅਸੀਂ ਪੂਰਾ ਰਿਕਾਰਡ ਰੱਖਦੇ ਹਾਂ ਵੀ ਕਿਹਦੀ ਡੈਥ ਹੋਈ ਆ, ਕੌਣ ਸੰਸਕਾਰ ਕਰਨ, ਕਿਹਦੇ ਮਤਲਬ ਕੌਣ ਸੰਸਕਾਰ ਕਰਨ ਆਇਆ, ਕਿਹਦੀ ਕੌਣ ਜਿਹੜਾ ਇੱਥੇ ਡੈੱਡ ਬੋਡੀ ਜਮ੍ਹਾਂ ਕਰਾ ਕੇ ਗਿਆ ਹੈ, ਕੌਣ ਲੈ ਕੇ ਗਿਆ। ਇਸ ਕਰਕੇ ਹਰ ਤਰ੍ਹਾਂ ਦਾ ਰਿਕਾਰਡ ਰੱਖਦੇ ਅਸੀਂ। ਆਪਣਾ ਇੱਥੇ ਦਫ਼ਤਰ ਪ੍ਰੋਪਰ ਬਣਾਇਆ ਹੋਇਆ, ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ। ਸਾਰੇ ਪੰਜਾਬ ਵਿੱਚ ਇਦਾਂ ਦੇ ਕਿਉਂ ਨਹੀਂ ਜੀ? ਤੁਹਾਨੂੰ ਇਹ ਸਰਕਾਰ ਨੇ ਤੁਹਾਨੂੰ ਇੰਨੀ ਸੁਵਿਧਾ ਗ੍ਰਾਂਟ ਦਿੱਤੀ ਹੈ ਜਿਹੜੀ ਹੈ ਜਿਹਦੇ ਕਰਕੇ ਇਹ ਡਿਵੈਲਪ ਇੰਨਾ ਹੋਇਆ? ਨਹੀਂ ਜੀ, ਇਹ ਸਾਨੂੰ ਇਹਦੇ ਵਿੱਚ ਸਰਕਾਰ ਦਾ ਨਹੀਂ ਕੋਈ ਪੈਸਾ ਲੱਗਿਆ। ਸਾਡਾ ਟੋਟਲ ਸਾਡਾ ਪਿੰਡ ਦਾ ਤੇ ਔਰ ਸਾਡੇ NRI ਵੀਰਾਂ ਦਾ ਬਹੁਤ ਸਤਿਕਾਰਯੋਗ। ਸਾਡੇ NRI ਵੀਰ ਜਿਹੜੇ ਵਿਚਾਰੇ ਉੱਥੇ ਮੇਰਾ ਖਿਆਲ ਵੀ 12-12 14-14 ਘੰਟੇ ਜਿਹੜੇ ਮਿਹਨਤ ਕਰਕੇ ਦਸਵੰਧ ਦੀ ਕਿਰਤ ਦੇ ਵਿੱਚੋਂ ਸਾਨੂੰ ਇੱਥੇ ਦਸਵੰਧ ਭੇਜਦੇ ਆ। ਇਹ ਪਿੰਡ ਵਾਲਿਆਂ ਦਾ ਤੇ ਇਹ NRI ਦਾ ਟੋਟਲੀ ਜਿਹੜਾ ਪੈਸਾ ਇੱਥੇ ਲੱਗਿਆ ਹੋਇਆ। ਅੱਛਾ ਜੀ। ਇਹ ਸਰਕਾਰ ਦਾ ਇੱਥੇ ਕੋਈ ਪੈਸਾ ਨਹੀਂ ਲੱਗਿਆ ਹੋਇਆ, ਕਿਉਂਕਿ ਇਹ ਸਾਡਾ 50-55 ਲੱਖ ਰੁਪਈਆ ਸਾਰੇ ਸੈਟਅਪ 'ਤੇ ਲੱਗਿਆ ਜਿੰਨਾ ਵੀ ਕੰਪਲੈਕਸ ਹੈਗਾ ਇਹ ਸ਼ਮਸ਼ਾਨ ਘਾਟ ਦਾ। ਅੱਛਾ ਜੀ। ਜੀ। ਸੋ ਆਓ ਅੱਗੇ ਚੀਜ਼ਾਂ ਦੇਖਦੇ ਹਾਂ। ਸ਼ਮਸ਼ਾਨ ਘਾਟ ਪਿੰਡ ਦਿਆਲਪੁਰ ਬਹੁਤ ਵਧੀਆ ਤਕਨੀਕ ਦੇ ਨਾਲ ਜਿਹੜਾ ਹੈਗਾ ਉਹ ਕੰਮ ਕੀਤਾ ਹੋਇਆ। ਸੋ ਇਹ ਪੀਣ ਦੇ ਪਾਣੀ ਦਾ ਪ੍ਰਬੰਧ ਇੱਥੇ ਕੀਤਾ ਹੋਇਆ। ਆਮ ਤੌਰ 'ਤੇ ਹੁੰਦਾ ਕਿ ਬਹਿਣ ਨੂੰ ਵੀ ਥਾਂ ਨਹੀਂ ਹੁੰਦੀ, ਬਹਿਣ ਲਈ ਤਾਂ ਵਧੀਆ ਥਾਂ ਬਣਾਈ ਹੋਈ ਆ, ਪਰ ਜਿੱਥੇ ਪੀਣ ਦੇ ਪਾਣੀ ਦਾ ਪ੍ਰਬੰਧ ਵੀ ਇਸ ਥਾਂ ਦੇ ਉੱਤੇ ਕੀਤਾ, ਕਿਉਂਕਿ ਜੋ ਲੋਕ ਨਾਲ ਆਉਂਦੇ ਆ ਤੇ ਉਹ ਤਾਂ ਕਿ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ। ਮੌਸਮ ਕਿਉਂਕਿ ਤਬਦੀਲੀ ਹੁੰਦੀ ਹੈ, ਗਰਮੀ ਸਰਦੀ ਦਾ ਮੌਸਮ ਹੁੰਦਾ, ਬਹਿਣ ਦੇ ਲਈ ਬਹੁਤ ਵਧੀਆ ਜਿਹੜੇ ਸੀਟਾਂ ਬਣਾਈਆਂ ਹੋਈਆਂ ਜਿਨ੍ਹਾਂ ਦੇ ਉੱਤੇ ਬੈਠਿਆ ਜਾ ਸਕਦਾ। ਇਹ ਜਾਪ ਚੱਲਦਾ ਜੀ ਇੱਥੇ? ਇਹ ਇਸ ਤਰ੍ਹਾਂ ਚੱਲਦਾ ਰਹਿੰਦਾ ਜੀ? ਹਾਂਜੀ ਬਿਲਕੁਲ ਜੀ। ਇਹ ਸਪੈਸ਼ਲ ਝੌਂਪੜੀ ਜਿਹੜੀ ਬਣਾਈ ਆਪਾਂ ਇੱਥੇ, ਆਓ ਦੇਖੋ ਤੁਸੀਂ ਮੋਹਰੇ ਵਿੱਚ ਅਸੀਂ ਜਿਹੜੀ ਆ ਚੌਂਕੜਾ ਮਾਰ ਕੇ ਬੈਠਣ ਵਾਸਤੇ ਬਣਾਤੀ ਜਗ੍ਹਾ ਜੀ। ਇਹ ਝੌਂਪੜੀ ਸਪੈਸ਼ਲ ਇਸੇ ਵਾਸਤੇ ਬਣਾਈ ਆ ਕਿ ਜਦੋਂ ਸੰਸਕਾਰ ਹੁੰਦਾ ਉਦੋਂ ਮੈਂ ਕਹਿ ਲਓ ਕਿ ਮਾਹੌਲ ਹੀ ਇੱਦਾਂ ਦਾ ਹੁੰਦਾ ਵੀ ਮੰਨ ਲਓ ਲੋਕਾਂ ਦਾ ਰੌਲਾ ਕਰੌਲਾ ਹੁੰਦਾ, ਤੇ ਜਦੋਂ ਬਾਬਾ ਜੀ ਜਾਂ ਪੰਡਤ ਜੀ ਆਪਣਾ ਜਿਹੜਾ ਕੋਈ ਪਾਠ ਕਰਦੇ ਜਾਂ ਕਿਰਿਆ ਕਰਮ ਕਰਦੇ ਉਹਨਾਂ ਦਾ ਪਤਾ ਨਹੀਂ ਲੱਗਦਾ ਕੀ ਬੋਲ ਰਹੇ ਆ। ਇਸ ਕਰਕੇ ਅਸੀਂ ਸਪੈਸ਼ਲ ਝੌਂਪੜੀ ਬਣਾਈ ਦੀ। ਇੱਥੇ ਬਾਬਾ ਜੀ ਜਾਂ ਪੰਡਤ ਜੀ ਬੈਠਣਗੇ ਤੇ ਇਹ ਵੱਡਾ ਸਾਊਂਡ ਸਿਸਟਮ ਅੰਦਰ ਲੱਗਿਆ ਹੋਇਆ ਸਾਡਾ ਕਾਰਡਲੈਸ ਮੈਕ ਹੈ। ਅਸੀਂ ਫਿਰ ਇੱਥੇ ਬਾਬਾ ਜੀ ਨੂੰ ਫੜਾ ਦਈਦਾ। ਉਹ ਫਿਰ ਜਦੋਂ ਸੋਹਲਾ ਸਾਹਿਬ ਦਾ ਪਾਠ ਹੁੰਦਾ ਜਾਂ ਅਰਦਾਸ ਹੁੰਦੀ ਫਿਰ ਸਾਰੀ ਸੰਗਤ ਨੂੰ ਪਤਾ ਲੱਗ ਜਾਂਦਾ। ਔਰ ਇਹ ਥੋੜ੍ਹਾ ਧਿਆਨ ਵੀ ਫਿਰ ਸੰਗਤ ਦਾ ਇੱਧਰਲੇ ਪਾਸੇ ਆ ਜਾਂਦਾ ਵੀ ਲੋਕ ਜਿਹੜੇ ਗੁਰਬਾਣੀ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਆ। ਔਰ ਉਸ ਤੋਂ ਬਾਅਦ ਜਦੋਂ ਸੰਸਕਾਰ ਹੋ ਰਿਹਾ ਹੁੰਦਾ ਸੋਹਲਾ ਸਾਹਿਬ ਦੇ ਪਾਠ ਤੋਂ ਬਾਅਦ ਫਿਰ ਅੰਦਰ ਸਾਡਾ ਜਿਹੜਾ ਅਸੀਂ ਐਂਪਲੀਫਾਇਰ ਵੀ ਲਾਇਆ ਹੋਇਆ, ਉੱਥੇ ਫਿਰ ਸ਼ਬਦ ਕੀਰਤਨ ਜਿਹੜਾ ਨਾਲ ਚੱਲਦਾ ਰਹਿੰਦਾ ਜਿੰਨਾ ਚਿਰ ਸੰਸਕਾਰ ਹੁੰਦਾ, ਤਾਂ ਕਿ ਧਿਆਨ ਲੋਕਾਂ ਦਾ ਇਸ ਪਾਸੇ। ਬਿਲਕੁਲ ਜੀ। ਲੋਕਾਂ ਦਾ ਧਿਆਨ ਜਿਹੜਾ ਥੋੜ੍ਹਾ ਜਿਹਾ ਦੁਨੀਆ ਨਾਲੋਂ ਹਟ ਕੇ ਜਿਹੜਾ ਪਰਮਾਤਮਾ ਦੇ ਨਾਲ ਵੀ ਜੁੜ ਸਕੇ, ਕਿਉਂਕਿ ਇੱਥੇ ਜਦੋਂ ਬੰਦਾ ਇਨਸਾਨ ਆਉਂਦਾ ਡੈੱਡ ਬੋਡੀ ਨਾਲ ਜਦੋਂ ਅਸੀਂ ਘਰੋਂ ਤੁਰਦੇ ਹਾਂ ਤੇ ਥੋੜ੍ਹਾ ਜਿਹਾ ਬੰਦੇ ਦੇ ਵਿੱਚ ਸੰਸਾਰ ਨਾਲੋਂ ਹਟ ਕੇ ਜਿਹੜਾ ਅਗਲੇ ਪਾਸੇ ਵੱਲ ਧਿਆਨ ਹੁੰਦਾ ਵੀ ਇੱਕ ਦਿਨ ਸਾਡੀ ਵਾਰੀ ਮੌਤ ਯਾਦ ਹੁੰਦੀ ਹੈ ਜੀ। ਬਿਲਕੁਲ ਜੀ। ਉਹਨਾਂ ਚਿਰ ਮੌਤ ਯਾਦ ਰਹਿੰਦੀ, ਮੁੜ ਕੇ ਜਦੋਂ ਅਸੀਂ ਵਾਪਸ ਚੱਲਦੇ ਨੇ ਹੌਲੀ ਹੌਲੀ ਭੁੱਲ ਜਾਂਦਾ, ਕਿਉਂਕਿ ਫਿਰ ਅਸੀਂ ਉਹ ਆਪਣੇ ਘਰੇਲੂ ਕੰਮਾਂ ਦੇ ਵਿੱਚ ਦੁਨੀਆਦਾਰੀ ਦੇ ਧੰਦਿਆਂ ਦੇ ਵਿੱਚ ਅਸੀਂ ਫਸ ਜਾਂਦੇ ਹਾਂ। ਪਰ ਉਹਨਾਂ ਚਿਰ 'ਚ ਅਸੀਂ ਉਸ ਸਮੇਂ ਨੂੰ ਥੋੜ੍ਹਾ ਜਿਹਾ ਲੋਕਾਂ ਦਾ ਜਿਹੜਾ ਧਿਆਨ ਹੈ ਉਹ ਪਰਮਾਤਮਾ ਵਾਲੇ ਪਾਸੇ ਲਾਉਣ ਵਾਸਤੇ ਇੱਕ ਤਾਂ ਇਹ ਜਿਹੜੀ ਝੌਂਪੜੀ ਬਣਾਈ ਬਾਬਾ ਜੀ ਸਪੈਸ਼ਲ ਇੱਥੇ ਬੈਠ ਕੇ ਪਾਠ ਕਰਦੇ ਆ। ਕਾਰਡਲੈਸ ਮੈਕ ਉਹਨਾਂ ਕੋਲ ਹੁੰਦਾ ਤੇ ਅੰਦਰ ਵੱਡਾ ਸਿਸਟਮ ਜਿਹੜਾ ਸਾਊਂਡ ਸਿਸਟਮ ਅਸੀਂ ਲਾਇਆ ਹੋਇਆ, ਉਹ ਫਿਰ ਜਿੰਨਾ ਚਿਰ ਇੱਥੇ ਸੰਗਤ ਰਹਿੰਦੀ ਉਹਨਾਂ ਚਿਰ ਸਿਸਟਮ ਉਹ ਜਿਹੜਾ ਸਾਊਂਡ ਜਿਹੜਾ ਸਾਰਾ ਸ਼ਬਦ ਕੀਰਤਨ ਜਿਹੜਾ ਚੱਲਦਾ ਰਹਿੰਦਾ। ਸੋ ਬਹੁਤ ਵਧੀਆ। ਤੁਸੀਂ ਦੇਖੋ ਕਿ ਕਿਸ ਤਰ੍ਹਾਂ ਥਾਂ ਬਣਾਈ ਹੋਈ ਹੈ ਜਿੱਥੇ ਬਹਿ ਕੇ ਪਾਠ ਵਗੈਰਾ ਕੀਤਾ ਜਾ ਸਕਦਾ। ਤੁਸੀਂ ਦੱਸਿਆ ਕਿ ਬਾਬਾ ਜੀ ਗ੍ਰੰਥੀ ਸਿੰਘ ਬਹਿ ਸਕਦੇ ਜਾਂ ਪੰਡਤ ਜੀ। ਕਿੰਨੀਆਂ ਜਿਹੜੀ ਹੈਗੀਆਂ ਧਰਮਾਂ ਦੇ ਨਾਲ ਕਮਿਊਨਿਟੀਆਂ ਦੇ ਨਾਲ ਸੰਬੰਧਿਤ ਲੋਕ ਜਿਹੜੇ ਇਸ ਪਿੰਡ 'ਚ ਰਹਿੰਦੇ? ਇਹ ਤਕਰੀਬਨ ਮੇਰਾ ਖਿਆਲ ਹੈ ਸਾਰੀਆਂ ਕਮਿਊਨਿਟੀਆਂ ਸਾਡੇ ਪਿੰਡ ਦੇ ਵਿੱਚ ਹੈਗੀਆਂ। ਅੱਛਾ ਜੀ। ਹਰ ਕਮੇਟੀ ਦੇ ਜਿਹੜੇ ਤੌਰ ਤਰੀਕੇ ਰਸਮਾਂ ਰਿਵਾਜ ਹੈਗੇ ਆ ਅੰਤਿਮ ਸੰਸਕਾਰ ਦੇ, ਉਹਨਾਂ ਦੇ ਮੁਤਾਬਕ ਕੰਮ ਕੀਤਾ ਗਿਆ? ਬਿਲਕੁਲ ਜੀ। ਕਿਉਂਕਿ ਲਾ ਲਓ ਤੁਸੀਂ ਜਾਂ ਹਿੰਦੂ ਲਾ ਲਓ ਸਿੱਖ ਲਾ ਲਓ, ਉਹਨਾਂ ਦਾ ਸੰਸਕਾਰ ਜਿਹੜਾ ਉਹ ਇੱਕੋ ਤਰ੍ਹਾਂ ਹੀ ਹੁੰਦਾ। ਕਿਉਂ ਹੁਣ ਅਸੀਂ ਜਿਹੜਾ ਪੁਰਾਣਾ ਦੇਖੋ ਜਿਵੇਂ ਆਪਣਾ ਪਹਿਲਾਂ ਲੱਕੜ ਦੇ ਨਾਲ ਸੰਸਕਾਰ ਆਪਾਂ ਬਾਲਣ ਦੇ ਨਾਲ ਕਰਦੇ ਸੀਗੇ, ਉਹ ਵੀ ਅਸੀਂ ਇੱਕ ਪਾਸੇ ਸੈੱਟ ਜਿਹੜਾ ਸੈੱਟ ਰੱਖਿਆ ਹੋਇਆ, ਸ਼ੈਟਰ ਬਣਾਈ ਹੋਈ ਆ। ਤੇ ਅੱਜ ਜਿਹੜਾ ਅਸੀਂ ਮੰਨ ਲਓ ਇੱਕ ਤਾਂ ਅਸੀਂ ਮੰਨ ਲਓ ਪ੍ਰਦੂਸ਼ਣ ਤੋਂ ਰਹਿਤ ਕਰਨ ਵਾਸਤੇ, ਪ੍ਰਦੂਸ਼ਣ ਤੋਂ ਬਚਣ ਵਾਸਤੇ, ਔਰ ਦੂਸਰਾ ਜਿਹੜਾ ਸੌਖੇ ਤਰੀਕੇ ਨਾਲ ਸੰਸਕਾਰ ਕਰਨ ਵਾਸਤੇ ਇੱਥੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ LPG ਦੀ ਗੈਸ ਭੱਠੀ ਜਿਹੜੀ ਲਾਈ ਸੰਸਕਾਰ ਕਰਨ ਵਾਸਤੇ। ਔਰ ਆਹ ਜਿਹੜਾ ਤੁਸੀਂ ਆਵਾਜ਼ ਜਿਹੜੀ ਸੁਣ ਰਹੇ ਆ ਆਪਣੇ ਪਾਠ ਹੋ ਰਿਹਾ, ਇਹ 24 ਘੰਟੇ ਇੱਥੇ ਇਸੇ ਤਰ੍ਹਾਂ ਚੱਲਦਾ ਰਹਿੰਦਾ। ਅੱਛਾ ਜੀ। ਸੋ ਬਿਲਕੁਲ 24 ਘੰਟੇ ਗੁਰਬਾਣੀ ਦਾ ਜਾਪ ਚੱਲਦਾ ਰਹਿੰਦਾ। ਸਾਹਮਣੇ ਪੱਕਿਆ ਹੀ ਫਿਕਸ ਕੀਤਾ ਹੋਇਆ ਇੱਕ ਡਿਵਾਈਸ ਲਗਾਇਆ ਹੋਇਆ ਜਿਹਦੇ ਵਿੱਚ ਇਸੇ ਤਰ੍ਹਾਂ ਗੁਰਬਾਣੀ ਦਾ ਜਾਪ ਨਿਰੰਤਰ ਚੱਲਦਾ ਰਹਿੰਦਾ ਹੈ। ਤੇ ਬਹਿਣ ਦੇ ਲਈ ਉੱਤੇ ਪੱਖਾ ਵੀ ਲਗਾਇਆ ਗਿਆ ਇਸ
ਇਸ ਜੋ ਕੁਟੀਆ ਟਾਈਪ ਇਹ ਬਣਾਈ ਹੋਈ ਹੈ, ਝੌਂਪੜੀ ਬਣਾਈ ਹੋਈ, ਇਹਦੇ ਵਿੱਚ ਪੱਖਾ ਵੀ ਲਗਾਇਆ। ਸੋ ਹਰ ਸਹੂਲਤ ਜਿਹੜੀ ਹੈਗੀ ਹੈ। ਸੋ ਜਿਹੜੀ ਮੁੱਖ ਲੋੜ ਹੈਗੀ ਹੈ ਸ਼ਮਸ਼ਾਨ ਘਾਟ ਦੇ ਵਿੱਚ ਉਹ ਹੁੰਦੀਆਂ ਜਿਸ ਥਾਂ ਦੇ ਉੱਤੇ ਚਿਖਾ ਸਜਾਈ ਜਾਂਦੀ ਹੈ। ਸੋ ਇਹ ਖਾਸ ਗੱਲ ਹੈ ਕਿ ਦੋਨੋਂ ਤਰ੍ਹਾਂ ਦਾ ਇੱਥੇ ਪ੍ਰਬੰਧ ਹੈ। ਜੋ ਇੱਕ ਪੁਰਾਣਾ ਰਿਵਾਇਤੀ ਜੋ ਸਿਸਟਮ ਹੈ, ਚਿਖਾ ਲੱਕੜਾਂ ਦੇ ਨਾਲ ਸਜਾਈ ਜਾਂਦੀ ਹੈ ਅਤੇ ਉਸ ਦੇ ਉੱਤੇ ਜੋ ਅੰਤਿਮ ਸੰਸਕਾਰ ਕੀਤਾ ਜਾਂਦਾ ਉਹ ਵੀ ਸਿਸਟਮ ਰੱਖਿਆ ਹੋਇਆ। ਤਾਂ ਉਸ ਦੇ ਨਾਲ ਜਿਹੜੀ ਖਾਸ ਗੱਲ ਹੈ, ਜੋ ਅੱਜ ਤਕਨੀਕ ਬਦਲ ਰਹੀ ਹੈ, ਤਕਨੀਕ ਦੇ ਨਾਲ ਨਵੀਆਂ ਚੀਜ਼ਾਂ ਆ ਰਹੀਆਂ। ਹਾਲਾਂਕਿ ਸੰਸਕਾਰ ਜੋ ਰਵਾਇਤਾਂ ਹੁੰਦੀਆਂ ਹਰੇਕ ਧਰਮ ਦੇ ਆਪਣੇ ਆਪਣੇ ਹੁੰਦੇ ਆ, ਪਰ ਉਸ ਦੇ ਨਾਲ ਜੋ ਨਵੀਆਂ ਚੀਜ਼ਾਂ ਆ ਰਹੀਆਂ, ਨਵੀਆਂ ਤਕਨੀਕਾਂ ਆ ਰਹੀਆਂ, ਉਹ ਵੀ ਜਿਹੜੀਆਂ ਹੈਗੀਆਂ ਉਹ ਜ਼ਰੂਰੀ ਆ। ਸੋ ਇਹ ਭੱਠੀ ਬਣਾਈ ਗਈ ਹੈ ਜੋ LPG ਦੇ ਨਾਲ ਚੱਲਦੀ ਹੈ। ਕਿਸ ਤਰ੍ਹਾਂ ਇਸ ਦੇ ਵਿੱਚ ਸੰਸਕਾਰ ਹੁੰਦਾ ਹੈ, ਇਹ ਕਿੱਦਾਂ, ਇਹ ਕੰਮ ਕਿੱਦਾਂ ਕਰਦੀ ਹੈ ਜੀ? ਇਹ ਜੀ LPG ਗੈਸ ਦੇ ਨਾਲ, ਉਹ ਦੇਖੋ ਤੁਸੀਂ ਇੱਧਰ ਉਹ ਕਿੱਟ ਲੱਗੀ ਹੋਈ ਆ। 4 ਸਿਲੰਡਰ ਇੱਕ ਸਮੇਂ 'ਤੇ ਜਿਹੜੇ ਜਦੋਂ ਸੰਸਕਾਰ ਹੁੰਦਾ ਉਦੋਂ ਲਾਉਣੇ ਪੈਂਦੇ ਆ। ਔਰ ਉਹ ਫਿਰ ਜਿੱਦਾਂ ਮਤਲਬ ਆ ਟਰੇ ਜਿਹੜੀ ਬਾਹਰ ਕੱਢ ਕੇ ਤੇ ਡੈੱਡ ਬੋਡੀ ਇਹਦੇ 'ਤੇ ਰੱਖੀ ਜਾਂਦੀ ਆ। ਆਪਣਾ ਅਰਦਾਸ ਕਰਨ ਤੋਂ ਬਾਅਦ ਫਿਰ ਇਹਨੂੰ ਪੁਸ਼ ਕਰ ਦਿੱਤਾ ਜਾਂਦਾ ਅੰਦਰ ਟਰੇ ਨੂੰ। ਔਰ ਪੁਸ਼ ਕਰਨ ਤੋਂ ਬਾਅਦ ਫਿਰ ਇਹਨੂੰ ਜਿਹੜਾ ਇਹਦਾ ਦਰਵਾਜ਼ਾ ਬੰਦ ਕਰ, ਉਧਰੋਂ ਫਿਰ ਅੱਗ ਜਿਹੜੀ ਹੌਲੀ ਮੰਨ ਲਓ ਥੋੜ੍ਹੀ ਗੈਸ ਛੱਡ ਕੇ ਫਿਰ ਇਹਨੂੰ ਅੱਗ ਦਿੱਤੀ ਜਾਂਦੀ ਹੈ। ਅੰਦਰ ਦੇਖੋ ਤੁਸੀਂ ਬਰਨਰ ਲੱਗੇ ਹੋਏ ਆ ਦੋਵੇਂ ਪਾਸੇ। ਉਹ ਬਰਨਰ ਨੂੰ ਅੱਗ ਦੇ ਕੇ ਫਿਰ ਅਸੀਂ ਜਿਹੜਾ ਇਹਦਾ ਦਰਵਾਜ਼ਾ ਬੰਦ ਕਰ ਦਈਦਾ। ਫਿਰ ਉਧਰੋਂ ਅੱਗ ਤੇਜ਼ ਜਿਹੜੀ ਕਰ ਦਿੱਤੀ ਜਾਂਦੀ ਹੈ। ਤਕਰੀਬਨ ਮੇਰਾ ਖਿਆਲ 1.5 ਘੰਟੇ ਦੇ ਵਿੱਚ ਜਿਹੜੇ ਇੱਥੇ ਸੰਸਕਾਰ ਹੋ ਜਾਂਦਾ। ਇਹਦੇ ਵਿੱਚ ਬਹੁਤ ਸਾਰੀਆਂ ਕਿਰਿਆਵਾਂ ਜਿਹੜੀਆਂ ਹੁੰਦੀਆਂ ਜੀ, ਜਿਸ ਤਰ੍ਹਾਂ ਕੁਝ ਲੋਕ ਚੰਦਨ ਪਾਉਂਦੇ ਆ ਜਾਂ ਉਹ ਚੀਜ਼ਾਂ, ਉਹ ਸਾਰੀਆਂ ਕਿਰਿਆਵਾਂ ਵਿੱਚ ਸੰਭਵ ਹੈਗੀਆਂ ਉਸ ਤਰ੍ਹਾਂ? ਨਹੀਂ, ਉਹ ਇਸ ਤਰ੍ਹਾਂ ਦਾ ਨਹੀਂ ਕੋਈ। ਇਹਦੇ ਵਿੱਚ ਥੋੜ੍ਹੀ ਫਿਰ ਪ੍ਰੋਬਲਮ ਆਉਂਦੀ ਹੈ। ਇੱਦਾਂ ਹੈਗਾ ਵੀ ਜਿਵੇਂ ਕਹਿ ਲਓ ਕਿ ਆਪਾਂ ਸਮੱਗਰੀ ਪਾਉਂਦੇ ਆ, ਉਹ ਮਾੜਾ ਜਿਹਾ ਜਿਵੇਂ ਸਮੱਗਰੀ ਪਾ ਸਕਦੇ ਆ। ਲੋਈਆਂ ਕੰਬਲ ਕਈ ਪਾ ਦਿੰਦੇ ਉੱਤੇ। ਸਿਰਫ ਇਹਦੇ ਵਿੱਚ ਇੱਕ ਸਿਰਫ ਜਿਹੜਾ ਖਫਣ ਹੁੰਦਾ ਆ ਉਹੋ ਹੀ ਆਪਾਂ ਰੱਖ ਸਕਦੇ, ਜ਼ਿਆਦਾ ਕੱਪੜਾ ਨਹੀਂ ਇਹਦੇ ਵਿੱਚ ਰੱਖ ਸਕਦੇ। ਅਤੇ ਉਸ ਤੋਂ ਬਾਅਦ ਮਤਲਬ ਹੋਰ ਕੋਈ ਘੇ ਜਿਹੜਾ ਆਪਾਂ ਪਾਉਂਦੇ ਆ ਉਹ ਵੀ ਬਿਲਕੁਲ ਮਾਮੂਲੀ ਜਿਹਾ, ਥੋੜ੍ਹਾ ਜਿਹਾ ਨਾ ਮਾਤਰ ਜਿਹਾ ਇੱਕ, ਜਿਵੇਂ ਕਿ ਆਪਾਂ ਰਸਮ ਕਰਨੀ ਵੀ ਮਰੇ ਦੇ ਮੂੰਹ ਨੂੰ ਘੇ ਲਾਉਣ ਲਈ ਗੱਲ। ਅਤੇ ਉਹ ਇੰਨਾ ਕੀ ਕਰਦੇ, ਬਾਕੀ ਜਿਹੜਾ ਫਿਰ ਉਹ ਸੰਸਕਾਰ ਨੂੰ ਬੰਦ ਕਰਕੇ ਜਿਹੜਾ ਫਿਰ ਉਹ ਉੱਧਰੋਂ ਜਿਹੜਾ ਔਨ ਕਰ ਦਿੱਤੀ ਜਾਂਦੀ ਹੈ ਫਾਇਰਿੰਗ ਜਿਹੜੀ ਹੈ। ਅਤੇ ਉਹ ਫਿਰ ਸੰਸਕਾਰ ਜਿਹੜਾ ਉਹ 1.5 ਘੰਟੇ ਦੇ ਵਿੱਚ ਜਿਹੜਾ ਸਾਰੀ ਸਮਾਪਤੀ ਹੋ ਜਾਂਦੀ ਹੈ। ਸੋ ਬਿਲਕੁਲ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜੋ ਚੀਜ਼ ਮਰਨਾ ਸੱਚ ਆ, ਸਦੀਵੀ ਸੱਚ ਆ, ਉਸ ਦੇ ਲਈ ਪ੍ਰਬੰਧ ਹੋਣਾ ਚਾਹੀਦਾ। ਤਾਂ ਸਾਊਂਡ ਸਿਸਟਮ ਦੀ ਜੋ ਗੱਲ ਕੀਤੀ ਗਈ ਸੀ, ਉਹ ਸਾਊਂਡ ਸਿਸਟਮ ਵੀ ਇਸ ਥਾਂ ਦੇ ਉੱਤੇ ਲਗਾਇਆ ਗਿਆ। ਸਪੀਕਰ ਲਗਾਇਆ ਗਿਆ, ਖਾਸ ਤੌਰ 'ਤੇ ਐਂਪਲੀਫਾਇਰ ਰੱਖਿਆ ਗਿਆ ਤਾਂ ਕਿ ਧਿਆਨ ਹਰ ਕਿਸੇ ਦਾ ਉਸ ਪਾਸੇ ਹੀ ਰਹੇ। ਕਿਉਂਕਿ ਜਦੋਂ ਕੋਈ ਇਨਸਾਨ ਇਸ ਦੁਨੀਆ ਨੂੰ ਛੱਡ ਕੇ ਚਲਾ ਜਾਂਦਾ ਤਾਂ ਉਸ ਦੇ ਨਾਲ ਜਿਹੜੇ ਲੋਕ ਆਉਂਦੇ ਆ, ਉਸ ਦੀ ਅੰਤਿਮ ਰਸਮਾਂ ਦੇ ਵਿੱਚ, ਅੰਤਿਮ ਕਿਰਿਆਵਾਂ ਦੇ ਵਿੱਚ ਉਹਨਾਂ ਦਾ ਧਿਆਨ ਵੀ ਉਸ ਪਾਸੇ ਰਹਿਣਾ ਚਾਹੀਦਾ। ਸੋ ਮਰਨ ਲਿਖਾਏ ਮੰਡਲ ਮਹਿ ਆਏ, ਗੁਰਬਾਣੀ ਦਾ ਵੀ ਮਾਂ ਵਾਕ ਹੈ। ਉਸ ਦੇ ਮੁਤਾਬਕ ਮਰਨਾ ਸਭ ਨੇ ਆ, ਅਤੇ ਮਰਨਾ ਜਦੋਂ ਸਾਰਿਆਂ ਨੇ ਆ ਤਾਂ ਫਿਰ ਆਪਣੀਆਂ ਕੋਠੀਆਂ, ਕਾਰਾਂ, ਐਸ਼ ਪ੍ਰਸਤੀ ਦਾ ਸਮਾਨ ਤਾਂ ਅਸੀਂ ਸਾਰੇ ਜੋੜਦੇ ਹਾਂ, ਪਰ ਉਹ ਘਰ ਨੂੰ, ਸੱਚ ਘਰ ਜਿਹਨੂੰ ਕਿਹਾ ਜਾਂਦਾ, ਉਸ ਘਰ ਨੂੰ ਅਸੀਂ ਭੁੱਲ ਜਾਂਦੇ ਹਾਂ। ਸੋ ਇਹ ਹੁਣ ਇਹਨੂੰ ਕੀ ਕਿਹਾ ਜਾਵੇ ਕਿ ਇਹ ਖੂਬਸੂਰਤੀ ਹੈ, ਇਹ ਵੀ ਇੱਕ ਸਮਾਜ ਦੀ। ਕਿਉਂਕਿ ਜਿੱਥੋਂ ਜਾਣਾ ਹੈ ਉਹ ਥਾਂ ਨੂੰ ਵੀ ਸੋਹਣੇ ਤਰੀਕੇ ਨਾਲ ਬਣਾਇਆ ਹੋਣਾ ਚਾਹੀਦਾ। ਸੋ ਬਹਿਣ ਦੇ ਲਈ ਜਿਹੜੀਆਂ ਇਹ ਸਲੈਬਾਂ ਰੱਖ ਕੇ ਬਣਾਇਆ ਗਿਆ ਕਿ ਹਰ ਕੋਈ ਆ ਕੇ ਇੱਥੇ ਬਹਿ ਸਕੇ। ਸੋ ਬਹਿਣ ਦਾ ਇਹ ਪ੍ਰਬੰਧ ਕੀਤਾ ਗਿਆ ਜੀ। 2 ਸ਼ੈੱਡ ਬਣਾਏ ਹੋਏ ਆ ਤੁਸੀਂ? ਹਾਂਜੀ, ਇਹ ਦੇਖੋ, ਇਹ ਜਿਹੜੀ ਸ਼ੈੱਡ ਆ, ਇਹ ਇੱਥੇ ਜਿਹੜੇ ਮਰਦ ਸਾਡੇ ਵੀਰ ਬਹਿੰਦੇ ਆ ਜੀ, ਉਹ ਜਿਹੜੀ ਸ਼ੈੱਡ ਹੈ ਉਹ ਵੀ ਏਡੀ ਸਾਈਜ਼ ਦੀ ਵੱਡੀ ਬਣੀ ਹੋਈ ਸ਼ੈੱਡ। ਉਧਰ ਬੀਬੀਆਂ ਵਾਸਤੇ ਬਣਾਈ ਹੋਈ ਅਲੱਗ-ਅਲੱਗ। ਇੱਧਰ ਮਰਦ ਬੈਠ ਸਕਦੇ, ਭਾਈ ਸਾਡੇ ਬੈਠ ਸਕਦੇ, ਉਧਰ ਸਾਡੀਆਂ ਬੀਬੀ ਬੈਠ ਸਕਦੀਆਂ। ਇਹ ਵੀ ਸਾਰਾ ਜਿੰਨਾ ਕਹਿ ਲਓ, ਇਹ ਸਾਰਾ ਜਿੰਨਾ ਸੈਟਅਪ ਸਾਰਾ ਨਗਰ ਵਾਸੀਆਂ ਵੱਲੋਂ ਅਤੇ NRI ਵੀਰਾਂ ਵੱਲੋਂ ਹੀ ਇਹ ਸਾਰਾ ਬਣਿਆ ਹੋਇਆ। ਇਹ ਸਾਡੇ ਹੈਗੇ ਬੱਬੂ ਧੂਪੜ ਹੈਗੇ ਪਰਿਵਾਰ ਜਰਮਨ ਵਾਲੇ, ਇਹ ਉਹਨਾਂ ਦੇ ਪਰਿਵਾਰ ਨੇ ਸੇਵਾ ਕੀਤੀ ਹੋਈ ਆ। ਇਹ ਇੰਗਲੈਂਡ ਵਾਲੇ ਮੁੰਡਿਆਂ ਦੀ ਆ ਅਤੇ ਸਾਂਝੇ ਤੌਰ 'ਤੇ ਨਗਰ ਨਿਵਾਸੀਆਂ ਦੀ ਕੀਤੀ ਹੋਈ ਸੇਵਾ। ਅਤੇ ਆਹ ਮੈਂ ਤੁਹਾਨੂੰ ਦਿਖਾਉਣਾ ਸੀ, ਆਹ ਜਿਹੜੇ ਬਕਸੇ ਅੱਗੇ ਲੱਗੇ ਹੋਏ ਆ, ਇਹ ਸਪੈਸ਼ਲ ਜਿਵੇਂ ਕਿ ਜਦੋਂ ਸੰਸਕਾਰ ਤੋਂ ਬਾਅਦ ਆਪਾਂ ਆਸਤੇ ਚੁੱਕਦੇ ਆ ਜੀ। ਅਤੇ ਕਈ ਲੋਕ ਬੜੇ ਵਹਿਮੀ ਹੁੰਦੇ ਆ ਵੀ ਉਹ ਕਹਿ ਦਿੰਦੇ ਆ ਜੀ ਅਸੀਂ ਜਿਹੜੇ ਆਸਤੇ ਆ ਉਹ ਘਰ ਨਹੀਂ ਰੱਖਣੇ। ਅੱਗੇ ਸਾਡੇ ਕੋਲ ਚਾਬੀ ਮੰਗਦੇ ਹੋ ਸੀ ਕਮਰੇ ਦੀ, ਵੀ ਸਾਨੂੰ ਕਮਰੇ ਦੀ ਚਾਬੀ ਦਿਓ, ਅਸੀਂ ਇੱਥੇ ਆਸਤ ਰੱਖਣੇ ਆ। ਉਹ ਅਸੀਂ ਫਿਰ ਸਪੈਸ਼ਲ ਇਸੇ ਕਰਕੇ 2 ਬਕਸੇ ਜਿਹੜੇ ਅਸੀਂ ਇੱਥੇ ਬਣਾ ਦਿੱਤੇ ਆ ਵੀ ਜੇ ਕਿਸੇ ਨੇ ਕਿਸੇ ਇਨਸਾਨ ਦੇ ਆਪਣੇ ਮੰਨ ਲਓ ਕਿਸੇ ਮ੍ਰਿਤਕ ਦੇ ਜਿਹੜੇ ਆ ਅਸਤ ਘਰ ਨਹੀਂ ਲੈ ਕੇ ਜਾਣੇ, ਉਹ ਜਿਹੜੇ ਫਿਰ ਇਹਨਾਂ ਬਕਸਿਆਂ 'ਚ ਰੱਖ ਸਕਦੇ। ਇਹਨਾਂ ਨੂੰ ਲੋਕ ਹੈਗਾ, ਲੋਕ ਲਾ ਕੇ ਉਹ ਫਿਰ ਚਾਬੀ ਆਪਣੇ ਕੋਲ ਲੈ ਜਾਂਦੇ। ਜਿੱਦਣ ਲਿਜਾਣੇ ਹੁੰਦੇ ਫਿਰ ਇੱਥੋਂ ਲੈ ਕੇ ਆਪਣੇ ਵਾਸਤੇ ਫਿਰ ਤਾਰ ਲੈ ਜਾਂਦੇ। ਪਰੰਪਰਾਵਾਂ ਨਿਭਾਉਣ ਵਾਲਿਆਂ ਵਾਸਤੇ ਤੁਸੀਂ ਪ੍ਰਬੰਧ ਤਾਂ ਕੀਤਾ, ਵਹਿਮੀਆਂ ਲਈ ਵੀ ਕੀਤਾ ਹੋਇਆ? ਹਰ ਇੱਕ ਤਰ੍ਹਾਂ ਦਾ ਕੀਤਾ ਹੋਇਆ ਜੀ। ਤੁਸੀਂ ਇੱਥੇ ਲੋਕਾਂ ਨੂੰ ਤੁਸੀਂ ਜਿੰਨਾ ਮਰਜ਼ੀ ਦੇਖੋ, ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ, ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਬਖਸ਼ੇ ਕੀਤੀ। ਔਰ ਬਾਣੀ ਦੇ ਵਿੱਚ ਵੀ ਮਹਾਰਾਜ ਗੁਰੂ ਸਾਹਿਬਾਨ ਨੇ ਆਪਣਾ ਜਿਹੜਾ ਸੀਗਾ ਤੁਰਕੀ ਬਾਣੀ ਆਈ 3 ਸਗਲੀ ਚਿੰਤ ਮਿਟਾਈ ਜਿਹੜੀ ਸੀ, ਉਹ ਮਹਾਰਾਜ ਨੇ ਹੁਕਮ ਕੀਤਾ ਵੀ ਸਭ
ਸਿੱਖ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਜੀ। ਵੀ ਸਾਡੇ ਗੁਰੂ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਾ ਤਾਂ ਮੰਨਣਾ ਵੀ ਜੇ ਹੁਣ ਅਸੀਂ ਬਾਣੀ ਦੇ ਵਿੱਚ ਜੋ ਮਹਾਰਾਜ ਨੇ ਸਾਨੂੰ ਉਪਦੇਸ਼ ਦਿੱਤਾ ਅਸੀਂ ਉਹਨੂੰ ਮੰਨੀਏ, ਪਰ ਅਸੀਂ ਮੰਨ ਕੇ ਖੁਸ਼ ਨਹੀਂ ਹੈਗੇ। ਅਸੀਂ ਅੱਜ ਵੀ ਜਿਹੜੀ ਆਪਣੀ ਮਨਮਤ ਕਰਦੇ ਆ ਉਹ ਇਸ ਚੀਜ਼ ਨੂੰ ਚਲੋ ਹੈਗਾ ਵੀ ਕਿਉਂ ਕਈਆਂ ਦਾ ਇਹ ਹੈਗਾ ਜੇ ਵੀ ਹੈਗਾ ਵੀ ਅਸੀਂ ਉਧਰ ਜਿਹੜੀ LPG ਵਾਲੀ ਭੱਠੀ ਹੈਗੀ ਉਧਰ ਸੰਸਕਾਰ ਨਹੀਂ ਕਰਨਾ, ਸਾਨੂੰ ਇੱਧਰ ਕਰਨ ਦਿਓ। ਅਸੀਂ ਕਹਿੰਦੇ ਸਾਡਾ ਤਾਂ ਕੋਈ ਇੱਦਾਂ ਦਾ ਕੋਈ ਹੈ ਨਹੀਂ ਕਿ ਤੁਸੀਂ ਜਿੱਧਰ ਮੰਨ, ਕਿਉਂਕਿ ਅਸੀਂ 2 ਪੋਰਸ਼ਨ ਤਾਂ ਵੀ ਤਾਂ ਹੀ ਰੱਖੇ ਹੋਏ ਆ। ਜੇ ਕਿਸੇ ਨੇ ਬਾਲਣ ਨਾ ਕਰਨਾ ਬਾਲਣ ਨਾ ਕਰ ਸਕਦਾ, ਉਧਰ ਕਰਨਾ ਉਧਰ ਗਾ, ਇਹ ਤਾਂ ਅਸੀਂ ਕੀਤਾ ਸੀਗਾ ਕਿ ਜਦੋਂ ਆਪਾਂ ਬਾਲਣ ਦਾ ਸੰਸਕਾਰ ਕਰਦੇ ਆ ਨਾ, ਕਈ ਵਾਰੀ ਜਦੋਂ ਮੌਸਮ ਖਰਾਬ ਹੁੰਦਾ, ਬਰਸਾਤਾਂ ਹੁੰਦੀਆਂ ਜਾਂ ਸਰਦੀਆਂ ਦਾ ਮੌਸਮ ਬਾਲਣ ਗਿੱਲਾ ਵੀ ਹੁੰਦਾ, ਬਾਲਣ ਬਾਹਰ ਹੁੰਦਾ ਪਿਆ, ਢਾਲ ਵਾਲੇ ਨੇ ਤੁਹਾਨੂੰ ਅੰਦਰ ਰੱਖ ਕੇ ਤਾਂ ਦੇਣਾ ਨੇਗਾ, ਬਾਹਰੋਂ ਚੁਕਾਉਣਾ, ਹੁਣ ਬਾਲਣ ਹੁੰਦਾ ਸਲਾਬਿਆ। ਪਹਿਲਾਂ ਤਾਂ ਦੇਖੋ ਜੀ ਜਦੋਂ ਕਈਆਂ ਘਰਾਂ 'ਚ ਹੁਣ ਲਾ ਲਓ ਵੀ ਆਪਣੇ ਪਰਿਵਾਰ ਬੜੇ ਛੋਟੇ ਆ, ਸਾਡੇ ਆਪਣੇ ਲਾ ਲਓ ਇਸ ਏਰੀਏ ਦੇ ਵਿੱਚ ਖਾਸ ਕਰਕੇ ਦੁਆਬੇ ਦੇ ਵਿੱਚ ਹਰ ਘਰ 'ਚੋਂ ਕੋਈ ਨਾ ਕੋਈ ਪਹਿਲਾਂ ਵੀ ਗਿਆ ਸੀ ਜਾਂ ਹੁਣ ਤਾਂ ਤੁਹਾਨੂੰ ਪਤਾ ਵੀ +2 ਕੀਤੀ, ਆ ਦੂਜੇ ਕੀ ਕਹਿੰਦੇ ਹੁੰਦੇ ਉਹਨੂੰ ਆਈਲੈਟਸ ਕੀਤੀ ਤੇ ਬੱਚਾ ਬਾਹਰ, ਟ੍ਰੈਂਡ ਬਣ ਗਿਆ ਕਿ ਇਹ, ਠੀਕ ਹੈ ਨਾ। ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਜੀ ਨਹੀਂ ਹੁੰਦਾ ਵੀ ਕਿ ਮਤਲਬ ਉੱਥੋਂ ਜਾ ਕੇ ਬਾਲਣ ਲਿਆਵੇ, ਆਂਢ ਗੁਆਂਢ 'ਚ ਉਹਨਾਂ ਨੂੰ ਬੰਦੇ ਇਕੱਠੇ ਕਰਨੇ ਪੈਂਦੇ, ਫਿਰ ਕੋਈ ਸਾਧਨ ਲੱਭਣਾ ਪੈਂਦਾ ਬਾਲਣ ਲਿਆਉਣ ਵਾਸਤੇ, ਠੀਕ ਹੈ ਜੀ। ਫਿਰ ਉਹ ਬਾਲਣ ਅੱਗੇ ਗਿੱਲਾ ਮਿਲਣਾ, ਫਿਰ ਇੱਥੇ ਤੇਲ ਲਿਆਓ, ਡੀਜ਼ਲ ਪੰਪ ਤੇ ਭੱਜੋ ਜਾ ਕੇ ਡੀਜ਼ਲ ਪਾਓ ਤੇ ਮਿੱਟੀ ਦਾ ਤੇਲ ਪਾਓ, ਫਿਰ ਜਾ ਕੇ ਸੰਸਕਾਰ ਹੁੰਦਾ, ਠੀਕ ਹੈ ਜੀ। ਹੁਣ ਇਹ ਜਿਹੜੀ LPG ਵਾਲੀ ਭੱਠੀ ਹੈਗੀ ਘਰਦਿਆਂ ਨੂੰ ਕੋਈ ਸਿਰਦਰਦੀ ਨਹੀਂ, ਉਹਨਾਂ ਨੇ ਬੋਡੀ ਇੱਥੇ ਲਿਆਉਣੀ ਆ, ਅੱਗੇ ਸਾਰਾ ਜਿਹੜਾ ਕਹਿ ਲਓ ਵੀ ਸਾਡੀ ਜਿਹੜਾ ਸਿਲੰਡਰ ਜਿਹੜੇ ਲੱਗੇ ਕਿੱਟ ਸਾਰੀ ਤਿਆਰ ਹੁੰਦੀ ਸਾਰੀ, ਉਹਨਾਂ ਨੂੰ ਬੋਡੀ ਇੱਥੇ ਸਾਡੇ ਕੋਲ ਲੈਣੀ, ਸੰਸਕਾਰ ਅਸੀਂ ਆਪ ਕਰਨਾ ਉਹਦਾ। ਸੋ ਬਿਲਕੁਲ, ਭਾਵੇਂ ਗੁਰਬਾਣੀ ਦਾ ਪ੍ਰਕਾਸ਼ ਜਿਹੜਾ ਹੈਗਾ ਪੰਜਾਬ ਦੇ ਵਿੱਚ ਹੈ, ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ, ਪਰ ਜਿਹੜੀ ਚੀਜ਼ਾਂ ਚੱਲੀਆਂ ਆਉਂਦੀਆਂ ਉਹ ਚੱਲੀਆਂ ਆਉਂਦੀਆਂ ਉਸੇ ਤਰ੍ਹਾਂ। ਕੁਝ ਲੋਕ ਜੋ ਨਹੀਂ ਜੁੜ ਸਕੇ ਸਿਧਾਂਤਾਂ ਦੇ ਨਾਲ, ਉਹ ਵਹਿਮਾਂ ਭਰਮਾਂ ਦੇ ਵਿੱਚ ਵੀ ਫਸੇ ਹੋਏ ਆ। ਸੋ ਵਹਿਮੀਆਂ ਦੇ ਕੋਈ ਵੱਖਰੇ ਪਿੰਡ ਨਹੀਂ ਹੁੰਦੇ, ਜਿਹੜੇ ਲੋਕ ਵਹਿਮਾਂ ਭਰਮਾਂ ਨਾਲ ਜੁੜੇ ਹੋਏ ਆ ਉਹ ਵੀ ਇਹਨਾਂ ਪਿੰਡਾਂ 'ਚ ਹੀ ਰਹਿੰਦੇ ਆ। ਸੋ ਹਰ ਤਰ੍ਹਾਂ ਦੇ ਲੋਕਾਂ ਦਾ ਪ੍ਰਬੰਧ ਕੀਤਾ ਹੋਇਆ, ਜਿਹੜੇ ਲੋਕ ਨਹੀਂ ਅਸਥੀਆਂ ਘਰ ਲਿਆਉਣੀ ਚਾਹੁੰਦੇ ਉਹਨਾਂ ਦੇ ਲਈ ਇਹ ਬਕਸੇ ਬਣਾ ਕੇ ਰੱਖੇ ਹੋਏ ਆ, ਲੋਕ ਹੁੰਦਾ ਤੇ ਲੋਕ ਕਰਕੇ ਇੱਥੋਂ ਲੈ ਜਾਂਦੇ ਆ। ਤੁਸੀਂ ਗੱਲ ਕੀਤੀ ਹੈ ਕਿ ਲੋਕ ਜਿਹੜੇ ਬਾਹਰ ਜਾਂਦੇ ਆ, ਹੁਣ ਇੱਥੇ ਬੱਚੇ ਨਹੀਂ ਰਹੇ, ਰਿਵਰਸ ਮਾਈਗ੍ਰੇਸ਼ਨ ਦੀ ਵੀ ਗੱਲ ਜਦੋਂ ਤੁਰਦੀ ਤੁਹਾਡੇ ਪਿੰਡ ਦਾ ਨਾਂ ਉਹ 'ਚ ਆਉਂਦਾ ਹੈ, ਰਿਵਰਸ ਮਾਈਗ੍ਰੇਸ਼ਨ ਦਾ ਵੀ ਹੈਗਾ, ਮੁੜੇ ਆ ਲੋਕ ਰਿਵਰਸ ਮਾਈਗ੍ਰੇਸ਼ਨ ਦਾ। ਤੇ ਇਹ ਜਿਹੜਾ ਸਾਡਾ ਇਸ਼ੂ ਬਹੁਤ ਵੱਡਾ ਹੋਇਆ ਸਾਡੇ, ਤੁਸੀਂ ਦੇਖਿਆ ਹੋਣਾ ਵੀ ਗੂਗਲ ਨੇ ਵੀ ਸਾਡੀ ਇਹ ਜਿਹੜੀ ਸੀ ਨਿਊਜ਼ ਜਿਹੜੀ ਆ ਆਪਣੇ ਪੇਜ ਤੇ ਪਾ ਕੇ ਜਿਹੜੀ ਹਾਈਲਾਈਟ ਕੀਤੀ ਹੈ ਇਹ ਜੀ। ਤੇ ਉਸ ਤੋਂ ਅੱਗੇ ਜਾ ਕੇ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਖੁਦ 11 ਸਾਲ ਬਾਅਦ ਮੈਂ ਵਾਪਸ ਆਇਆ ਇੰਗਲੈਂਡ ਤੋਂ। ਅੱਛਾ ਜੀ। ਮੈਂ 2005 ਦੇ ਵਿੱਚ ਗਿਆ ਸੀਗਾ ਤੇ 16 ਦੇ ਵਿੱਚ ਮੈਂ ਵਾਪਸ ਆਇਆ, ਔਰ ਇੱਥੇ ਹਾਲਾਤ ਦੇਖੇ ਸੀਗੇ, ਉੱਥੇ ਵੀ ਨਿਊਜ਼ ਜਿਹੜੀਆਂ ਅਸੀਂ ਪੜ੍ਹਦੇ ਸੁਣਦੇ ਰਹੇ ਆਨਲਾਈਨ, ਜਿਹੜੀਆਂ ਅਸੀਂ ਖਬਰਾਂ ਦੀਆਂ ਅਖਬਾਰਾਂ ਦੀਆਂ ਖਬਰਾਂ ਜਿਹੜੀਆਂ ਸੀਗੀਆਂ, ਤੇ ਮਤਲਬ ਹਾਲਾਤ ਇੱਥੇ ਬਹੁਤ ਜ਼ਿਆਦਾ ਵਿਗੜ ਚੁੱਕੇ ਸੀ। ਕਹਿ ਲਓ ਵੀ ਨਸ਼ੇ ਦਾ ਇੰਨਾ ਜ਼ਿਆਦਾ ਬੋਲਬਾਲਾ ਸੀਗਾ, ਇੱਕ ਹੁਣ ਨਵਾਂ ਸਿਸਟਮ ਗੈਂਗਸਟਰ ਜਿਹੜਾ ਸਿਸਟਮ ਜਿਹੜਾ ਚੱਲ ਪਿਆ ਜੀ, ਮਤਲਬ ਆਮ ਜਿਹੜੇ ਲੋਕ ਆਮ ਜਿਹੜੀ ਜਨਤਾ ਉਹਦੇ ਵਾਸਤੇ ਬੜਾ ਔਖਾ ਹੋਇਆ ਪਿਆ। ਉਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਥੋੜ੍ਹਾ ਜਿਹਾ ਮੇਰੇ ਮਨ ਦੇ ਵਿੱਚ ਇਹ ਵੀ ਆਇਆ ਫਿਰ ਵੀ ਚਲੋ ਵੀ ਆਪਾਂ ਮਾੜਾ ਮੋਟਾ ਜਾ ਕੇ, ਕਿਉਂਕਿ ਮੇਰੀ ਇਹ ਸਰਪੰਚੀ ਦੀ 2nd ਟਰਮ ਹੈ। ਪਹਿਲੀ ਵਾਰ ਫਿਰ ਤੁਸੀਂ ਬਣ ਕੇ ਸਰਪੰਚ ਬਾਹਰ ਗਏ ਸੀ ਕਿ ਆ ਕੀ ਇੱਥੇ ਦੋਨੀ ਵਾਰੀ ਬਣੇ ਹੋ? ਪਹਿਲਾਂ ਮੈਨੂੰ ਮੇਰੇ ਨਗਰ ਨੇ 98 ਦੇ ਵਿੱਚ ਸੇਵਾ ਦਿੱਤੀ ਸੀ, 2003 ਤੱਕ ਮੇਰੀ ਟਰਮ ਸੀ ਉਹ। ਅੱਛਾ ਜੀ। ਤੇ ਉਹ ਵੀ ਬੜਾ ਸਾਥ ਦਿੱਤਾ ਮੇਰੇ ਨਗਰ ਨੇ ਔਰ ਮੇਰੇ NRI ਵੀਰਾਂ ਨੇ। ਉਦੋਂ ਵੀ ਅਸੀਂ ਵਧੀਆ ਡਿਵੈਲਪਮੈਂਟ ਕੀਤੀ ਆ। ਸੀਵਰੇਜ ਮੇਰਾ ਖਿਆਲ ਉਦੋਂ ਪਿੰਡਾਂ 'ਚ ਕਿਤੇ ਹੈ ਹੀ ਨਹੀਂ ਸੀ, ਅਸੀਂ 2 ਕਿਲੋਮੀਟਰ ਸੀਵਰੇਜ ਉਦੋਂ ਦਾ ਪਾਇਆ ਹੋਇਆ। ਸਰਪੰਚ ਸਾਹਿਬ, ਜਿਹੜੇ ਬਾਹਰ ਜਾਂਦੇ ਲੋਕ ਉਹਨਾਂ ਨੂੰ ਬੜੀ ਪਿੰਡ ਦੀ ਖਿੱਚ ਪੈਂਦੀ ਆ, ਉੱਥੇ ਜਾ ਕੇ ਸਿਸਟਮ ਦੇਖਦੇ ਆ ਤਾਂ ਉਹਨਾਂ ਨੂੰ ਲੱਗਦਾ ਵੀ ਯਾਰ ਸਾਡੇ ਪਿੰਡਾਂ 'ਚ ਵੀ ਹੋਵੇ। NRI ਬਹੁਤ ਫਿਰ ਇਸ ਵੇਗ 'ਚ ਬਹਿ ਕੇ ਸੇਵਾ ਕਰਦੇ, ਤੁਹਾਨੂੰ ਫਿਰ ਸਰਪੰਚੀ ਖਿੱਚ ਕੇ ਲੈ ਕੇ ਆਈ ਹੈ ਵਾਪਸ ਕਿ ਉਹ ਮੋਹ ਖਿੱਚ ਕੇ ਲੈ ਕੇ ਆਇਆ ਪਿੰਡ ਦਾ, ਜਿਹੜਾ ਹਰ NRI ਦੇ ਮਨ 'ਚ ਹੁੰਦਾ? ਇਹ ਸਾਰੀਆਂ ਗੱਲਾਂ ਹੀ ਆ ਜੀ, ਕਿਉਂਕਿ ਮੈਨੂੰ ਤਾਂ ਦੱਸਿਆ ਵੀ 98 ਵਿੱਚ ਜਿਹੜਾ ਮੌਕਾ ਦਿੱਤਾ ਸੀ ਉਦੋਂ ਵੀ ਮੈਨੂੰ ਬਹੁਤ ਪਿਆਰ ਨਗਰ ਵੱਲੋਂ ਤੇ NRI ਵੱਲੋਂ ਮਿਲਿਆ ਸੀਗਾ। ਤੇ ਉਦੋਂ ਬਾਅਦ ਮੈਂ ਜਦੋਂ ਉੱਥੇ ਗਿਆ, ਜਿਹੜੀ ਤੁਸੀਂ ਉਹਨੇ ਗੱਲ ਕੀਤੀ ਆ ਵੀ ਇੱਥੇ ਭਾਵੇਂ ਸਾਨੂੰ ਮੋਹ ਘੱਟ ਹੋਵੇ ਆਪਣੀ ਜਨਮ ਭੂਮੀ ਦੇ ਨਾਲ, ਠੀਕ ਆ, ਜਦੋਂ ਅਸੀਂ ਵਿਦੇਸ਼ ਦੇ ਵਿੱਚ ਬੈਠੇ ਹੁੰਦੇ ਆ ਨਾ ਉਦੋਂ ਸਾਨੂੰ ਬਹੁਤ ਜ਼ਿਆਦਾ ਮੋਹ ਹੁੰਦਾ। ਉਦੋਂ ਮਤਲਬ ਕਹਿ ਲਓ ਵੀ ਇਹ ਜਿਹੜਾ ਕਿ ਸਰੀਰ ਉੱਥੇ ਸਾਡਾ ਹੁੰਦਾ ਤੇ ਆਤਮਾ ਜਾਂ ਮਨ ਸਾਡਾ ਜਿਹੜਾ ਉਹ ਸਾਡਾ ਪਿੱਛੇ ਹੁੰਦਾ। ਹੁਣ ਕੀ ਦਿਖਾਓਗੇ ਜੀ ਸਾਨੂੰ ਅੱਗੇ? ਹੁਣ ਤੁਹਾਨੂੰ ਅੱਗੇ ਸਾਡੇ ਮੋਰਚੇ ਤੁਹਾਨੂੰ ਦਿਖਾਉਂਦੇ ਜੀ, ਡੈੱਡ ਬੋਡੀ ਰੱਖਣ ਵਾਸਤੇ ਜਿਹੜਾ ਮ੍ਰਿਤਕ ਦੇ ਸੰਭਾਲ ਘਰ ਹੈਗਾ, ਉਹ ਵੀ ਸਾਡੇ NRI ਵੀਰ ਸੁਰਿੰਦਰ ਧੂਪੜ ਆ, ਉਹਨਾਂ ਨੇ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਬਣਾਏ ਹੋਏ ਆ। ਉਹਨਾਂ ਦੇ ਜਿੱਦਾਂ ਧਰਮ ਪਤਨੀ ਬੀਬੀ ਕਮਲਜੀਤ ਕੌਰ ਜੀ ਸਾਡੇ ਮੈਂਬਰ ਪੰਚਾਇਤ ਵੀ ਹੈ ਨਾਲ ਸਾਡੇ, ਤੇ ਉਹਨਾਂ ਦੇ ਬੇਟੇ ਆਪਣਾ ਜੋਤੀ ਧੂਪੜ ਤੇ ਵਿੱਕੀ ਧੂਪੜ, ਉਹਨਾਂ ਨੇ ਪਰਿਵਾਰ ਨੇ ਆਪਣੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਜਿਹੜੀ ਆ ਤਕਰੀਬਨ ਇਹ 10 ਲੱਖ ਰੁਪਈਆ ਲੱਗਿਆ ਇਸ ਪ੍ਰੋਜੈਕਟ ਦੇ ਵਿੱਚ। ਇਹ ਜਿਹੜਾ ਹੈਗਾ ਮੋਰਚਰੀ ਜਿਹੜੀ ਹੈਗੀ ਆ, ਇਹ ਉਹਨਾਂ ਨੇ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਇਹ ਸਾਰਾ ਸੇਵਾ ਇਹ ਉਹਨਾਂ ਨੇ ਕੀਤੀ ਆ। ਠੀਕ ਹੈ ਜੀ। ਸੋ ਬਿਲਕੁਲ ਫਰੀਜ਼ਰ ਜਿਹੜੇ ਹੈਗੇ ਆ ਉਹ ਰੱਖੇ ਹੋਏ ਮੋਰਚਰੀ ਆ, ਜੇ ਬਾਏ ਚਾਂਸ ਕਿਸੇ ਮ੍ਰਿਤਕ ਦੇਹ ਨੂੰ ਰੱਖਣਾ ਪੈ ਜੇ ਤਾਂ ਉਸ ਦੇ ਲਈ ਖਾਸ ਤੌਰ ਤੇ ਇਹ ਫਰੀਜ਼ਰ ਜਿਹੜੇ ਹੈਗੇ ਉਹਨਾਂ ਦਾ ਵੀ ਇੰਤਜ਼ਾਮ ਇਸ ਪਿੰਡ ਦੇ ਵਿੱਚ ਕੀਤਾ ਗਿਆ, ਤਾਂ ਕਿ ਜੋ ਕੁਝ ਸਮਾਂ ਕਈ ਵਾਰੀ ਨਹੀਂ ਹੁੰਦਾ, ਕਿਸੇ ਰਿਸ਼ਤੇਦਾਰਾਂ ਨੇ ਬਾਹਰੋਂ ਆਉਣਾ ਹੁੰਦਾ, ਦੂਰ ਦਰਾਡਿਓਂ ਆਉਣਾ ਹੁੰਦਾ, ਤਾਂ ਇਸ ਥਾਂ ਦੇ ਉੱਤੇ ਵੀ ਮ੍ਰਿਤਕ ਦੇਹ ਨੂੰ ਰੱਖਿਆ ਜਾ ਸਕਦਾ ਹੈ। ਸੋ ਹਾਲਾਂਕਿ ਹਰ ਕੋਈ
ਇਹ ਸੋਚਦਾ ਹੁੰਦਾ ਹੈ ਕਿ ਅਜਿਹੀਆਂ ਚੀਜ਼ਾਂ ਨਾ ਦੇਖਣ ਨੂੰ ਮਿਲਣ, ਪਰ ਇਹ ਹਿੱਸਾ ਹੈ। ਸੋ ਇਹ ਇੱਕ ਕਮਰਾ ਵੀ ਬਣਾਇਆ ਗਿਆ ਜਿੱਥੇ ਰਿਕਾਰਡ ਸੰਭਿਆ ਜਾਂਦਾ ਜੀ। ਇਹ ਇੱਥੇ ਦਫ਼ਤਰ ਹੈ ਸਾਡਾ ਜੀ, ਇਹ ਸ਼ਮਸ਼ਾਨ ਘਾਟ ਦਾ। ਇੱਥੇ ਸਾਰਾ ਪ੍ਰੋਪਰ ਅਸੀਂ ਸਾਰਾ ਜਿਹੜਾ ਰਿਕਾਰਡ ਅਸੀਂ ਰੱਖਦੇ ਹਾਂ, CCTV ਦਾ ਕੰਟਰੋਲ ਵੀ ਸਾਰਾ, ਜਿਹੜੇ ਅਸੀਂ ਇੱਥੇ ਵੀ CCTV ਲਾਏ ਹੋਏ ਆ, ਔਰ ਉਹਨਾਂ ਦਾ ਕੰਟਰੋਲ ਸਾਰਾ ਸਕਰੀਨ ਦਾ ਦੇਖੋ ਤੁਸੀਂ ਅੰਦਰ ਲੱਗੀ ਹੋਈ ਆ, ਆ ਸਾਈਡ ਤੇ ਇੱਧਰ ਲੱਗੀ ਹੋਈ ਹੈ ਤੁਸੀਂ। ਬਿਲਕੁਲ ਸਕਰੀਨਾਂ ਲਗਾ ਕੇ ਇੱਥੇ CCTV ਲਗਾਏ ਹੋਏ ਆ। ਅਕਸਰ ਪੈਰਿਆਂ ਦੇ ਉੱਤੇ ਬਹਿਣਾ ਪੈਂਦਾ ਜਦੋਂ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਹੁੰਦਾ ਹੈ, ਫਿਰ ਲੋਕੀ ਰੁਕਦੇ ਆ, 2-3 ਬੰਦੇ ਰੁਕੇ ਰਹਿੰਦੇ, ਬਾਕੀ ਵਾਪਸ ਪਰਤੇ ਆਉਂਦੇ। ਹੁਣ ਉਹ ਚੀਜ਼ ਵੀ ਜਿਹੜੀ ਹੈਗੀ CCTV ਦੇ ਵਿੱਚ। ਬਿਲਕੁਲ ਜੀ, ਹੁਣ ਤਾਂ ਇਦਾਂ ਦੀ ਕੋਈ ਚਿੰਤਾ ਵਾਲੀ ਕੋਈ ਗੱਲ ਹੀ ਨਹੀਂ ਕਿਸੇ ਨੂੰ ਵੀ ਹੈਗੀ। ਉਹ ਤਾਂ ਚਲੋ ਅੱਗੇ ਕਰ ਰਹਿਣਾ ਪੈਂਦਾ ਸੀ ਵੀ ਕਈ ਵਾਰੀ ਲੱਕੜਾਂ ਲੋਕਾਂ ਸਾਈਡ ਨੂੰ ਖਿੱਲਰ ਜਾਂਦੀਆਂ ਸੀ, ਆਪਾਂ ਜਦੋਂ ਚਿਖਾ ਚਿਣੀ ਦੀ ਸੀਗੀ। ਉਹਦਾ ਇੱਕ ਕਾਰਨ ਇਹ ਵੀ ਸੀ, ਇੱਕ ਕਾਰਨ ਵਹਿਮ ਵੀ ਹੁੰਦਾ ਵੀ ਕਹਿਣਾ ਜੀ ਉਹ ਵਿੱਚੋਂ ਹੱਡੀ ਕੱਢ ਲੈਂਦੇ ਆ, ਉਹ ਪਤਾ ਨਹੀਂ ਕੋਈ ਭੂਤ ਪ੍ਰੇਤ ਬਣ ਜਾਂਦੇ, ਕੁਝ ਵੀ ਹੁੰਦੇ, ਹੈ ਤਾਂ ਸਾਰੇ ਵਹਿਮ ਹੀ ਆ ਇਹ, ਠੀਕ ਹੈ। ਕਿਉਂਕਿ ਬੰਦਾ ਜਿਹੜਾ ਮ੍ਰਿਤਕ ਆ, ਉਹ ਜੋ ਆਪਣੇ ਜੀਂਦੇ ਜੀ ਜਿਹੜੇ ਕਰਮ ਕੀਤੇ ਉਹ ਬੰਦੇ ਦੇ ਨਾਲ ਜਾਣੇ ਆ ਜੀ, ਠੀਕ ਹੈ ਨਾ। ਪਰ ਅੱਜ ਵੀ ਅਸੀਂ ਦੇਖੋ ਬਾਣੀ ਇਹ ਗੱਲ ਕਹਿੰਦੀ ਹੈ ਨਾ ਵੀ ਜੋ ਤੁਸੀਂ ਜੀਂਦੇ ਜੀ ਆਪਣੇ ਜਿਹੜਾ ਕਰਮ ਕੀਤਾ, ਇਸੇ ਕਰਕੇ ਬਾਣੀ ਬਾਰ-ਬਾਰ ਮਹਾਰਾਜ ਉਪਦੇਸ਼ ਦੇ ਰਹੇ ਬਾਣੀ ਰਾਹੀਂ ਸਾਨੂੰ ਵੀ ਆਪਣੇ ਜਿੰਨੇ ਜੇ ਤੇਰੇ 'ਚ ਤੂੰ ਜੀਂਦਾ ਨਾ, ਜਿੰਨਾ ਤੇਰਾ ਮਤਲਬ ਤੇਰਾ ਸਰੀਰ ਵਧੀਆ ਤਰੀਕੇ ਨਾਲ ਕੰਮ ਕਰਦਾ, ਕਿਰਿਆ ਕਰਮ ਤੂੰ ਵਧੀਆ ਕਰਦਾ, ਉਹਨਾਂ ਚਿਰ ਤੂੰ ਪਰਮਾਤਮਾ ਦੇ ਨਾਲ ਵੀ ਜੋੜੋ ਆਪਣੇ, ਠੀਕ ਹੈ। ਜਿੱਥੇ ਤੂੰ ਦਸਾਂ ਉਹਦੀ ਕਿਰਤ ਕਰਨੀ ਆ, ਆਪਣਾ ਕਾਰੋਬਾਰ ਕਰਨਾ, ਉੱਥੇ ਤੂੰ ਮਹਾਰਾਜ ਦਾ ਜਿਹੜਾ ਨਾਮ ਸਿਮਰਨ ਲਈ ਵੀ ਆਪਣਾ ਦਸਵੰਧ ਕੱਢ। ਜੇ ਅਸੀਂ ਨਹੀਂ ਕੱਢਦੇ ਤਾਂ ਫਿਰ ਇੱਥੇ ਤਾਂ ਸਾਨੂੰ ਕੋਈ ਹੱਡੀ ਕੱਢ ਲਈ ਨਾ ਕੱਢ ਲਈ, ਕਿਉਂਕਿ ਅੱਗੇ ਜਿਹੜਾ ਲਿਖਿਆ ਜਾਣਾ ਧਰਮਰਾਜ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ, ਠੀਕ ਹੈ ਨਾ। ਉਹ ਧਰਮਰਾਜ ਜਦੋਂ ਪਰਮਾਤਮਾ ਦੀ ਕਚਹਿਰੀ ਦੇ ਵਿੱਚ ਜਾਣਾ, ਉੱਥੇ ਲਿਖੇ ਤਾਂ ਸਾਰੇ ਹੋਣੇ, ਉਹ ਕਰਮਾਂ ਦੇ ਲਿਖੇ ਹੋਣੇ ਆ। ਜੋ ਅਸੀਂ ਇੱਥੇ ਚੰਗਾ ਕੀਤਾ ਉਹ ਵੀ ਸਾਡੇ ਸਾਹਮਣੇ ਆਉਣਾ, ਜੋ ਮਾੜਾ ਕੀਤਾ ਉਹ ਵੀ ਮਾੜਾ ਸਾਡੇ ਸਾਹਮਣੇ ਆਉਣਾ। ਇਸ ਕਰਕੇ ਮੈਂ ਸਾਰਿਆਂ ਨੂੰ ਇਹ ਵੀ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਬੇਨਤੀ ਕਰਦਾ ਵੀ ਕੋਸ਼ਿਸ਼ ਕਰਿਆ ਕਰੋ ਵੀ ਇੱਕ ਇਮਾਨਦਾਰੀ ਵਾਲੀ ਜ਼ਿੰਦਗੀ ਪਰਮਾਤਮਾ ਨਾਲ ਜੁੜ ਕੇ ਆਪਣੀ ਬਤੀਤ ਕਰੋ। ਜੇ ਆਪਾਂ ਕਿਸੇ ਦਾ ਭਲਾ ਨਹੀਂ ਕਰ ਸਕਦੇ, ਫਾਇਦਾ ਨਹੀਂ ਕਰ ਸਕਦੇ, ਤਾਂ ਨੁਕਸਾਨ ਵਾਲੇ ਪਾਸੇ ਵੀ ਨਾ ਤੁਰਿਆ ਕਰੋ।